ਛਾੜ ਕਰ ਕਰਹਿ ਆਨ ਕੀ ਆਸ, तीनार दूज की जाएंगी सत पख रवदास। कूप परिहु जैसी दादिरा, कछ दीछ बदीछ न बूढ़ा। ऐसे मेरा मन बिखया बिमुहिया, कछियारा पार ना सूझ। सगल पवन की नायिका, एक छिन दरस दिखाई जी। मलन पई मत माधवा, तेरी गत लखी न डाए। करो कृपा परम चुकई, मैं सुमत दिहु समझाई। जुगी सर पावै नहीं, तो गुण कथन अपार। प्रेम भगत के कारणे, कहो रविदास चमार। जुगी सर पावै नहीं, तो गुण कथन अपार। प्रेम भगत की कारणे, कहो रविदास चमार। जपो जी सतनाम सदा सतनाम। जय गुरदीप, धन गुरदीप, जय सतगुरु रविदास जी, धन सतगुरु रविदास जी। आदरणीय सत्कारयोग साध संगत जी, तन भागी हो। उदासी डीरा संतवा टहलदा हाडी सलीम टाबरी लुधियाना विखे साध संगत जी। तित जाई बहु सत संगति, जिथे हर का हर नाम बिलोईए। ਸਾਹਿਬ ਦੀ ਚਰਨਾਂ ਵਿੱਚ ਜੁੜ ਕਰਕੇ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਂਦੇ ਹੋਏ, ਸ਼ਬਦ ਅਨਾਹਦ ਰਸ ਅੰਮ੍ਰਿਤ ਅਗਾਤ ਹੈ। ਸਤਿਗੁਰੂ ਦੀ ਚਰਨਾਂ ਵਿੱਚ ਜੁੜ ਕੇ ਸ਼ਬਦ ਦਾ ਅੰਮ੍ਰਿਤ ਰਸ ਪ੍ਰਾਪਤ ਕਰ ਰਹੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਧੰਨ ਭਾਗੀ ਹੋ। ਪਾਵਨ ਬਚਨ ਸਰਵਣ ਕੀਤੇ ਹਨ। ਅੱਜ ਦਾ ਸ਼ਬਦ ਸਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਕੂਪ ਭਰੀ ਜੈਸੀ ਦਾਦਰ, ਕਛ ਦੀਸ਼ ਬਦੀਸ਼ ਨ ਬੂਝ। ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਗੌੜੀ ਦੇ ਅੰਦਰ ਅੰਗ 346 ਤੇ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਸਮੇਂ ਦੇ ਹਾਲਾਤਾਂ ਨੂੰ, ਨਜਾਕਤ ਨੂੰ ਪਹਿਚਾਣਦੇ ਹੋਏ ਸੰਸਾਰ ਤੇ ਝਾਤ ਮਾਰੀ ਤੇ ਸਾਸੀ ਜੀ ਡਿੱਠਾ ਹੀ ਘਟ ਨਾ ਕਿਨਹੀ ਕਹਾਇਆ, ਸਭ ਕਹਤੇ हैं ਪਾਇਆ। ਗਿਆਨ ਤੋਂ ਹੀਣੇ ਗਿਆਨਹੀਣ ਮਨੁੱਖ ਆਪਣੇ ਆਪ ਨੂੰ ਚਤਰ ਸਿਆਣੇ ਸਮਝੀ ਬੈਠੇ ਤੇ ਸਾਸੰਗ ਸੰਸਾਰ ਦੀ ਅਧੋਗਤੀ ਨੂੰ ਪਹਿਚਾਣਦਿਆਂ ਹੋਇਆਂ, ਸੱਚ ਦਾ ਰਸਤਾ ਦਿਖਾਉਂਦਿਆਂ ਹੋਇਆਂ, ਜੋ ਮਨੁੱਖ ਦੀ ਹਾਲਾਤ ਏ ਉਹਨਾਂ ਨੂੰ ਆਪਣੇ ਤੋਂ ਢੁਕਾ ਕੇ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਸਮੇਂ ਦੇ ਹਾਲਾਤਾਂ ਨੂੰ, ਮਨੁੱਖ ਦੇ ਜੀਵਨ ਦੀ ਵਿਚਾਰਧਾਰਾ ਨੂੰ ਪ੍ਰਗਟ ਕਰਦੇ ਨੇ। ਸਾਧ ਸੰਗਤ ਜੀ, ਇਸ ਪਾਵਨ ਸ਼ਬਦ ਦੇ ਅੰਦਰ ਸਭ ਤੋਂ ਪਹਿਲਾਂ ਜੇ ਧਾਰਮਿਕ ਦੁਨੀਆ ਦੇ ਅੰਦਰ ਕਾਮਯਾਬ ਹੋਣਾ ਹੈ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਰਖਾ ਜਾਣਾ ਹੈ। ਮੈਂ ਕੀ ਹਾਂ,
ਕੀ ਕਰਨ ਆਇਆ ਹਾਂ, ਕੀ ਕਰਨਾ ਹੈ, ਕਦੋਂ ਕਰਨਾ ਹੈ ਤੇ ਕਿਵੇਂ ਕਰਨਾ ਹੈ। ਇਹ ਮਨੁੱਖਾ ਜੀਵਨ ਦੇ ਅੰਦਰ ਕੁਝ ਵਿਚਾਰਾਂ ਨੇ ਜਿਹੜੇ ਜਿੱਥੇ ਪਰਮੇਸ਼ਰ ਨੇ ਮਨੁੱਖਾ ਜੀਵਨ ਬਖਸ਼ਿਆ ਏ, ਉੱਥੇ ਇੱਕ ਜ਼ਿੰਮੇਵਾਰੀ ਏ ਪ੍ਰਭੂ ਮਿਲਾਪ ਦੀ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੀ ਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੋਬਿੰਦ ਮਿਲਣ ਭਾਵ ਆਪਣੀ ਤੇ ਮਨੁੱਖਤਾ ਦੀ ਭਲਾਈ ਦੇ ਅੰਦਰ, ਹਰ ਜੀਵ ਦੇ ਅੰਦਰ ਕਣ ਕਣ ਦੇ ਉੱਤੇ ਪਰਮੇਸ਼ਰ ਨੂੰ ਜਾਣ ਕੇ ਸਭਨਾਂ ਦੇ ਭਲਾਈ ਲਈ ਜੀਵਨ ਸਮਰਪਿਤ ਕਰ ਦੇਣਾ, ਇਹ ਜ਼ਿੰਦਗੀ ਦਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਰਖਣਾ ਹੈ ਕਿ ਸਾਡੇ ਅੰਦਰ, ਆਪਣੇ ਅੰਦਰ ਕੀ ਗੁਣ ਨੇ ਤੇ ਕੀ ਅਵਗੁਣ ਨੇ। ਧਾਰਮਿਕ ਦੁਨੀਆ ਦੇ ਅੰਦਰ ਜਦੋਂ ਦੇਖਦੇ ਹਾਂ ਤੇ ਪਾਤਸ਼ਾਹ ਕਹਿੰਦੇ ਨੇ ਆਪ ਪਾਰਖੂ, ਆਪਣੇ ਆਪ ਨੂੰ ਪਹਿਲਾਂ ਪਰਖਣਾ ਕਰ ਕਿ ਆਪਾਂ ਕਿੱਥੇ ਖਲੋਤੇ ਆ, ਤਾਂ ਪਾਰਖੂ ਜਾਣ, ਤਾਂ ਤੈਨੂੰ ਪਾਰਖੂ ਗਿਆਨੀ ਸਿਆਣਾ ਸਮਝਦਾਰ ਅਕਲਮੰਦ ਆਖਿਆ ਜਾਵੇਗਾ। ਜਦੋਂ ਪਾਖਿਆ ਏ, ਆਪਣੇ ਆਪ ਨੂੰ ਚੀਨਿਆ ਏ, ਤੇ ਧਾਰਮਿਕ ਦੁਨੀਆ ਦੇ ਅੰਦਰ ਤਿੰਨ ਵਿਚਾਰਾਂ ਸਾਹਮਣੇ ਆਉਂਦੀਆਂ ਨੇ। ਪਹਿਲੀ ਵਿਚਾਰ ਕਿ ਅੱਜ ਤੱਕ ਮੈਂ ਔਗਣ ਕਿੰਨੇ ਕੀਤੇ ਨੇ, ਮੇਰੀਆਂ ਗਲਤੀਆਂ ਕਿੰਨੀਆਂ ਨੇ। ਤੇ ਦੂਜਾ, ਆਪਣੀਆਂ ਗਲਤੀਆਂ ਨੇ, ਔਗਣ ਨੇ, ਪਰ ਫਿਰ ਵੀ ਪਰਮਪਿਤਾ ਪਰਮੇਸ਼ਰ ਜੀ ਨੇ ਇਹ ਮਨੁੱਖਾ ਜੀਵਨ ਬਖਸ਼ਿਆ ਏ, ਉਹ ਹਰ ਪਲ ਮਿਹਰਾਂ ਦੀ ਵਰਖਿਆ ਕਰ ਰਿਹਾ ਏ, ਪਰਉਪਕਾਰ ਕਰ ਰਿਹਾ ਏ। ਉਹ ਸਾਡੀ ਔਗਣ ਨਾ ਵੀ ਚਿਤਾਰਦਾ ਹੋਇਆ, ਫਿਰ ਵੀ ਗੁਣਾਂ ਦੀ ਮਹਿਮਾ, ਗੁਣਾਂ ਦੀ ਵਰਖਾ ਕਰਨੋਂ ਹਟਦਾ ਨਹੀਂ, ਆਪਣੇ ਪਰਉਪਕਾਰ ਦੇਣੋਂ ਹਟਦਾ ਨਹੀਂ। ਤੇ ਤੀਸਰਾ ਵਚਨ ਏ, ਜੇ ਸਾਡੇ ਵਿੱਚ ਔਗਣ ਨੇ, ਗਲਤੀਆਂ ਨੇ, ਤੇ ਉਹਨਾਂ ਨੂੰ ਸੁਧਾਰਨਾ ਕਿਵੇਂ, ਤੇ ਪਰਮਪਿਤਾ ਪਰਮੇਸ਼ਰ ਦੇ ਚਰਨਾਂ ਦੇ ਅੰਦਰ ਤੋਬਾ ਕੀਤੀ ਜਾਣੀ ਚਾਹੀਦੀ, ਅਰਦਾਸ ਕਰਨੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਕਿ ਆਪਣੇ ਔਗਣਾਂ ਨੂੰ ਜਾਣ ਲੈਣਾ ਕਿ ਸਾਡੇ ਵਿੱਚ ਇਹ ਗਲਤੀਆਂ ਨੇ, ਔਗਣ ਨੇ। ਕੀ ਗੁਣ ਔਗਣ ਨੇ? ਜਦ ਪਤਾ ਲੱਗ ਜਾਏ ਸਾਡੇ ਵਿੱਚ ਅਵਗੁਣ ਏ, ਤੇ ਸਾਧ ਸੰਗਤ ਇੱਥੇ ਵਸਣੇ, ਉਹਨਾਂ ਔਗਣਾਂ ਨੂੰ ਕਬੂਲ ਲੈਣਾ, ਆਪਣੀਆਂ ਗਲਤੀਆਂ ਨੂੰ, ਸਭ ਤੋਂ ਵੱਡੀ ਪ੍ਰਾਪਤੀ। ਇਸ ਸ਼ਬਦ ਦੇ ਅੰਦਰ ਸਹਿਬ ਸਤਿਗੁਰੂ ਗੁਰੂ ਰਵਿਦਾਸ ਪਾਤਸ਼ਾਹ ਬਚਨ ਕਰਦੇ ਨੇ, ਮਲਨ ਭਈ ਮਤ ਮਾਧਵਾ। हे ਪਰਮਪਿਤਾ ਪਰਮੇਸ਼ਰ, ਮੇਰੀ ਮਤ ਵਿਕਾਰਾਂ ਦੇ ਨਾਲ, ਵਿਸ਼ਿਆਂ ਦੇ ਵਿੱਚ ਫਸਣ ਕਰਕੇ ਮੈਲੀ ਹੋ ਗਈ। ਭਾਵ ਆਪਣੇ ਆਪੇ ਨੂੰ ਚੀਨਿਆ ਏ, ਮਨੁੱਖਤਾ ਦੇ ਹਾਲਾਤਾਂ ਨੂੰ ਚੀਨਿਆ ਏ, ਆਪਣੇ ਤੇ ਢੁਕਾ ਕੇ ਸੰਸਾਰ ਨੂੰ ਗਿਆਨ ਦਾ ਭੰਡਾਰ ਬਖਸ਼ਦੇ ਨੇ, ਅਕਲ ਬਖਸ਼ਦੇ ਨੇ, ਬੁੱਧ ਬਖਸ਼ਦੇ ਨੇ, ਗੁਰਮਤਿ ਬਖਸ਼ਦੇ ਨੇ, ਗਿਆਨ ਬਖਸ਼ਦੇ ਨੇ, ਤੇ ਸਹਿਬ ਬਚਨ ਕਰਦੇ ਨੇ। ਸਾਧ ਸੰਗਤ ਜੀ, ਜਦੋਂ ਔਗਣ ਕਬੂਲੇ ਤੇ ਉਹਨਾਂ ਦੀ ਨਿਵਰਤੀ ਕਿਵੇਂ ਹੋਣੀ ਹੈ, ਉਹਦੇ ਵਾਸਤੇ ਤੌਬਾ ਕਰਨੀ ਪੈਣੀ ਹੈ, ਅਰਦਾਸ ਕਰਨੀ ਪੈਣੀ ਹੈ। ਅਰਦਾਸ ਦੇ ਵਿੱਚੋਂ ਇੱਕ ਰਸ ਪੈਦਾ ਹੁੰਦਾ ਏ, ਉਹ ਰਸ ਜਿਹੜਾ ਏ ਪ੍ਰਭੂ ਮਿਲਣ ਦਾ ਚਾਅ ਪੈਦਾ ਕਰਦਾ ਏ। ਉਹ ਜਿਹੜਾ ਚਾਅ ਆ ਉਹੀ ਇਬਾਦਤ ਬਣ ਜਾਂਦਾ ਏ, ਬੰਦਗੀ ਬਣ ਜਾਂਦਾ ਏ। ਉਸੇ ਨੂੰ ਮੇਰੇ ਗੁਰਦੇਵ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਓ ਦੇ ਨਾ ਕਟੇ, ਜੀ ਮੇਰੀ ਪ੍ਰੀਤ ਗੋਬਿੰਦ ਸਿਓ ਦੇ ਨਾ ਕਟੇ, ਮੈਂ ਤਾਂ ਮੋਲ ਮਹਿੰਗੀ ਲਈ ਦੀ ਸਟੇ। ਮੇਰੀ ਪ੍ਰੀਤ ਗੋਬਿੰਦ ਸਿਓ, ਜੀ ਮੇਰੀ ਪ੍ਰੀਤ ਗੋਬਿੰਦ ਸਿਓ, ਮੈਂ ਤਾਂ ਮੋਲ ਮਹਿੰਗੀ ਲਈ ਦੀ ਸਟੇ। ਪਰਮੇਸ਼ਰ, ਇਹ ਜਿੰਦ ਦਾ ਵੱਟਾ ਸੱਟਾ ਲਾਇਆ ਈ, ਤਾਂ ਤੇਰੇ ਚਰਨਾਂ ਦੀ ਮਿਲਣ ਦਾ ਚਾਹ ਪੈਦਾ ਹੋਇਆ, ਪ੍ਰੀਤ ਹਿਰਦੇ ਵਿੱਚ ਬਣੀ ਹੈ ਤੇਰੇ ਚਰਨਾਂ ਦੀ। ਇਸ ਲਈ ਸਾਧ ਸੰਗਤ ਜੀ, ਉਹ ਜਿਹੜਾ ਰਸ ਏ, ਉਹ ਜਿਹੜਾ ਮਿਲਾਪ ਦਾ ਚਾਹ ਏ, ਤੇ ਉਹਦੇ ਵਾਸਤੇ ਵੀ ਸਾਧ ਸੰਗਤ ਦੀ ਅਟਲ ਵਿਸ਼ਵਾਸ ਚਾਹੀਦਾ ਏ, ਦ੍ਰਿੜ ਭਰੋਸਾ ਚਾਹੀਦਾ ਏ। ਤੇ ਬਿਨਾਂ ਵਿਸ਼ਵਾਸ ਤੋਂ ਸਾਧ ਸੰਗਤ ਦੀ ਇਬਾਦਤ ਨਹੀਂ ਹੋ ਸਕਦੀ। ਤੇ ਸਾਧ ਸੰਗਤ ਜੀ, ਉਹ ਜਿਹੜਾ ਵਿਸ਼ਵਾਸ ਏ, ਉਹ ਪਰਮੇਸ਼ਰ ਦੇ ਚਰਨਾਂ ਦੀ ਇਬਾਦਤ ਬਖਸ਼ਦਾ ਏ, ਬੰਦਗੀ ਬਖਸ਼ਦਾ ਏ। ਤੇ ਸਾਧ ਸੰਗਤ ਜੀ, ਉਹਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਕੂਪ ਭਰਿਉ ਡੈਸ ਦਾਦਰਾ, ਕਛ ਦੇਚ ਬਦੇਚ ਨ ਬੂਝ, ਐਸੇ ਮੇਰਾ ਮਨ ਵਿਕਿਆ ਬਿਮੋਇਆ,
कछ आर पार न सूझ सगल पवन के नायका, सगल पवन के नायका, एक छिन दरस दिखाए जी राव। प्रभ मिलने का चाऊ प्रभु दी, मैं प्रभ मिलने का चाऊ, एक छिन दर्श दिखाए जी, एक छिन दरस दिखाए जी। मलन पही मत माधवा, तेरी गत लखी न डाए, सगल पवन के नायका, एक छिन दरस दिखाए जी। ऐसी अवस्था के अंदर जिथे मिलन का चाह कुछ अजरताए ते साध संगत जिन्होंने मिलना होवे उहदे लई फिर तरला कीता जांदा है, तड़प हुंदी है। ਉਹ ਜਿਹੜੀ ਤੜਪ ਹੁੰਦੀ ਹੈ ਤੇ ਸਾਧ ਸੰਗਤ ਉਹੀ ਇੱਕ ਦਰਦ ਹੁੰਦਾ ਹੈ, ਉਹੀ ਪਰਮੇਸ਼ਰ ਦੀ ਮਿਹਰ ਆਵਾਦਤ ਬਣ ਜਾਂਦੀ ਹੈ। ਤੇ ਅੱਜ ਜਦੋਂ ਆਪਣੇ ਔਗਣਾਂ ਨੂੰ ਚੀਨਿਆ ਹੀ ਤੇ ਸਾਹਿਬ ਦੇ ਹਿਰਦੇ ਤੋਂ ਬੋਲ ਨਿਕਲੇ ਨੇ, ਹੀ ਪਰਮ ਪਿਤਾ ਪਰਮੇਸ਼ਰ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਇਸ ਲਈ ਸਾਹਿਬ ਨੇ ਆਖ ਦਿੱਤਾ ਹੈ, ਕੂਪ ਭਰਿਉ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨ ਬੂਝ। ਸਾਡੀ ਹਾਲਾਤ ਮਨੁੱਖ ਦੇ ਹਾਲਾਤ ਇਹ ਹੋ ਗਏ ਨੇ, ਉਹ ਖੂਹ ਨੂੰ ਹੀ ਡੱਡੂ ਦੀ ਤਰ੍ਹਾਂ ਸਮੁੰਦਰ ਸਮਝ ਬੈਠਿਆ ਹੈ। ਖੂਹ ਦੇ ਡੱਡੂ ਨੂੰ ਹੰਸ ਪੁੱਛਦਾ ਏ ਕਿ ਅਸੀਂ ਬਾਹਰ ਸਮੁੰਦਰ ਤੇ ਅਨੇਕਾਂ ਹੀਰੇ ਮੋਤੀ ਜਵਾਹਰਤ ਕੁਦਰਤ ਦਾ ਆਨੰਦ ਮਾਣਦੇ ਹਾਂ, ਆ ਵੇ ਡੱਡੂ ਭਾਈ ਤੈਨੂੰ ਅਸੀਂ ਬਾਹਰਲੀ ਦੁਨੀਆ ਦਾ ਆਨੰਦ ਦਿਖਾਈਏ, ਬਾਹਰ ਵੀ ਕੋਈ ਦੁਨੀਆ ਵਸਦੀ ਏ। ਪਰ ਖੂਹ ਦਾ ਡੱਡੂ ਜਿਹਦੀ ਖੂਹ ਤੱਕ ਦੌੜ ਏ, ਉਹ ਕਹਿੰਦਾ ਬਾਹਰ ਸਮੁੰਦਰ ਹੋ ਹੀ ਨਹੀਂ ਸਕਦਾ ਏ, ਤੇ ਸਮੁੰਦਰ ਦੇ ਅੰਦਰ ਮਾਣਕ ਮੋਤੀ ਤੇ ਦੂਰ ਦੀ ਗੱਲ, ਜੇ ਸਮੁੰਦਰ ਨੇ ਤਾਂ ਮਾਣਕ ਮੋਤੀ ਕਿੱਥੇ ਹੋਣੇ ਨੇ। ਇਸ ਲਈ ਮਨੁੱਖ ਦੀ ਐਸੀ ਸੌੜੀ ਸੋਚ ਨੂੰ ਸਤਿਗੁਰਾਂ ਨੇ ਆਪਣੇ ਤੇ ਟੁਕਾ ਕੇ ਬਚਨ ਆਖੇ ਨੇ, ਕੂਪ ਭਰਿਉ ਜੈਸੇ ਦਾਦਰਾ, ਜਿਵੇਂ ਖੂਹ ਦੀ ਡੱਡੂ ਨੂੰ ਬਾਹਰ ਦੇ ਸਮੁੰਦਰ ਦੇ ਹੀਰੇ ਮੋਤੀਆਂ ਦੀ ਕੋਈ ਪਰਖ ਨਹੀਂ, ਜਾਣਕਾਰੀ ਨਹੀਂ, ਇਵੇਂ ਪਰਮੇਸ਼ਰ ਇਹ ਜਿਹੜਾ ਪ੍ਰਾਣੀ ਆ, ਜਿਹਨੂੰ ਤੈਂ ਬੁੱਧ ਬਖਸ਼ੀ ਏ, ਗਿਆਨ ਬਖਸ਼ਿਆ ਏ ਆਪਣੀ ਤੇ ਮਨੁੱਖਤਾ ਦੀ ਭਲਾਈ ਲਈ, ਇਹ ਕੇਵਲ ਪਦਾਰਥਵਾਦੀ ਯੁੱਗ ਦੇ ਅੰਦਰ ਈਰਖਾ ਵਿਖਾਲੀ ਬਖੀਲੀ ਬੇਈਮਾਨੀਆਂ ਦੇ ਵਿੱਚ ਪਦਾਰਥਵਾਦੀ ਯੁੱਗ ਦੇ ਅੰਦਰ ਆਪਣੀ ਸ਼ੌਹਰਤ ਲਈ ਆਪਣੇ ਆਪ ਨੂੰ ਹੀ ਸਭ ਕੁਝ ਪ੍ਰਾਪਤੀ ਸਮਝ ਬੈਠਿਆ ਹੈ। ਇਹ ਖੂਹ ਦੇ ਡੱਡੂ ਵਾਲੀ ਹਾਲਤ ਹੋ ਗਈ ਹੈ। ਤੇ ਸਤਿਗੁਰ ਆਪਣੇ ਤੇ ਝੁਕਾ ਕੇ ਬਚਨ ਕਰਦੇ ਨੇ, ਕੂਪ ਭਰਿਉ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨ ਬੂਢੇ। ਕੀ ਭਲਾ ਏ ਕੀ ਬੁਰਾ ਏ, ਕੇਵਲ ਆਪਣੇ ਲਈ ਨਹੀਂ, ਜੀਣਾ ਮਨੁੱਖਤਾ ਲਈ ਏ ਤੇ ਪਰਮੇਸ਼ਰ ਦੀ ਪ੍ਰਾਪਤੀ ਲਈ ਏ, ਕੇਵਲ ਪਦਾਰਥਾਂ ਲਈ ਨਹੀਂ, ਆਪਣੀ ਸ਼ੌਹਰਤ ਲਈ ਨਹੀਂ, ਆਪਣੀ ਵਡਿਆਈ ਲਈ ਨਹੀਂ ਜੀਣਾ। ਦੁਨੀਆ ਉਹਨੂੰ ਯਾਦ ਕਰਦੀ ਜਿਹੜਾ ਦੁਨੀਆ ਲਈ ਜੀਂਦਾ, ਆਪਣੇ ਲਈ ਤੇ ਸਾਰੀ ਦੁਨੀਆ ਜਿਉਂਦੀ ਹੈ। ਇਸ ਲਈ ਸਹਿ ਬਚਨ ਕਰਦੇ ਨੇ, ਕੂਪ ਭਰਿਉ ਜੈਸੇ ਦਾਦਰਾ, ਅੱਜ ਮਨੁੱਖ ਦੀ ਹਾਲਤ ਡੱਡੂ ਵਾਲੀ ਹੋ ਗਈ। ਕਛ ਦੇਸ਼ ਵਿਦੇਸ਼ ਨ ਬੂਢੇ, ਕੋਈ ਸਮਝ ਨਹੀਂ ਕਿ ਚੰਗਾ ਏ ਕਿ ਬੁਰਾ ਏ, ਕਿ ਭਲਾ ਏ ਕਿ ਚੰਗਾ ਏ, ਲੋਕ ਪਰਲੋਕ ਦੀ ਕੋਈ ਸਮਝ ਨਹੀਂ। ਕਛ ਆਰਾ ਪਾਰ ਨਾ ਸੀ, ਐਸੀ ਮੇਰਾ ਮਨ ਵਿਕਿਆ ਬਿਮੁਇਆ, ਇਉਂ ਮਨ ਵਿਕਾਰਾਂ ਦੇ ਅੰਦਰ ਗਰਸਿਆ ਗਿਆ ਏ। ਮੇਰੀ ਮੇਰੀ ਹਉਮੈ ਦੇ ਅੰਦਰ, ਇਹ ਧਰਤੀ ਮੇਰੀ, ਇਹ ਪਰਿਵਾਰ ਮੇਰਾ, ਇਹ ਦੁਨੀਆ ਮੇਰੀ, ਤੇ ਸਾਸ ਮੇਰੀ ਮੇਰੀ ਕਰਤੇ ਜਨਮ ਗਏ। ਅਨੇਕਾਂ ਚਲੇ ਗਏ ਨੇ ਤੇ ਅਨੇਕਾਂ ਚਲੇ ਜਾਣਾ ਏ, ਪਰ ਸੰਸਾਰ ਤੇ ਉੱਥੇ ਹੈ। ਇਸੇ ਨੂੰ ਪਾਤਸ਼ਾਹ ਕਹਿੰਦੇ ਨੇ, ਸੱਚ ਤੇਰੀ ਸਮਗਰੀ, ਸੱਚ ਤੇਰਾ ਪਾਸਾਰਾ। ਇਸ ਲਈ ਕਛ ਦੇਸ਼ ਵਿਦੇਸ਼ ਨ ਬੂਝ, ਸਮਝ ਨਹੀਂ ਰਹੀ ਕੀ ਭਲਾ ਏ ਕੀ ਬੁਰਾ ਏ। ਕਛ ਆਰਾ ਪਾਰ ਨ ਸੂਝ, ਸਗਲ ਪਵਨ ਕੇ ਨਾਇਕਾ। ਇਹ ਸਾਰੀ ਸ੍ਰਿਸ਼ਟੀ ਦੇ ਮਾਲਕ, ਧਰਤੀ ਦੇ ਮਾਲਕ, ਜੀਵਨ ਦਾਤ ਬਖਸ਼ਣ ਵਾਲੇ, ਜਿੰਦ ਬਖਸ਼ਣ ਵਾਲੇ, ਜਿੰਦ ਦੇ ਆਸਰੀ ਪਰਮ ਪਿਤਾ ਪ੍ਰਭੂ, ਕਿਰਪਾ ਕਰ, ਇੱਕ ਵਾਰੀ ਮਿਹਰ ਦੀ ਨਜ਼ਰ ਕਰ ਕਿ ਦਰਸ਼ਨ ਦੇ ਕੇ ਨਿਹਾਲ ਕਰ, ਕਿਉਂਕਿ ਬਿਨ ਦੇਖਿਆ ਉਪਜੈ ਨਹੀਂ ਆਸਾਂ, ਜੋ ਦੀਸੈ ਸੋ ਹੋਏ ਬਿਨਾ ਸੱਜਣੀ ਦੇ ਤੇਰੇ ਦਰਸ਼ਨ ਨਹੀਂ ਹੁੰਦੇ। ਤੇ ਪਰਮੇਸ਼ਰ ਉਹਨਾਂ ਚਿਰ ਵਿਸ਼ਵਾਸ ਪੱਕਾ ਨਹੀਂ ਹੋਣਾ, ਤੇ ਜਿੰਨਾ ਚਿਰ ਵਿਸ਼ਵਾਸ ਨਹੀਂ, ਅਟਲ ਵਿਸ਼ਵਾਸ ਨਹੀਂ, ਉਹਨਾਂ ਚਿਰ ਅਬਾਵਤ ਨਹੀਂ ਹੋਣੀ, ਮਿਲਣ ਦਾ ਚਾਹ ਪੈਦਾ ਨਹੀਂ ਹੋਣਾ, ਤੇ ਜਿੰਦ ਅਦਵਾਟੀ ਰਹਿ ਜਾਣੀ ਏ। ਇਸ ਲਈ ਕਿਰਪਾ ਕਰ, ਇੱਕ ਪਲ ਲਈ ਦਰਸ਼ ਦਿਖਾ ਕੇ
ਮਿਹਰ ਦੀ ਨਜ਼ਰ ਕਰਦੇ ਤੇ ਸਾਡਾ ਵਿਸ਼ਵਾਸ ਪੱਕਾ ਹੋ ਜਾਣਾ ਏ, ਤੇਰੇ ਚਰਨਾਂ ਵਿੱਚ ਭਰੋਸਾ ਹੋ ਜਾਣਾ ਏ ਤੇ ਅਡੋਲਤਾ ਪ੍ਰਾਪਤ ਹੋ ਜਾਣੀ ਏ ਤੇ ਮਿਲਣੇ ਦਾ ਚਾਹ ਬਣਿਆ ਰਹਿਣਾ ਏ। ਇਸ ਨੂੰ ਪਾਤਸ਼ਾਹ ਕਹਿੰਦੇ ਨੇ, ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਣੀ। ਇਸ ਲਈ ਪਰਮੇਸ਼ਰ ਸਾਚੀ ਪ੍ਰੀਤ ਹਮ ਤੁਮ ਸੇ ਜੁੜੀ, ਮੇਰੀ ਪ੍ਰੀਤ ਤੇਰੇ ਨਾਲ ਏ, ਅੱਜ ਕਿਰਪਾ ਕਰ। ਸਗਲ ਪਵਨ ਕੇ ਨਾਏਕਾ ਇੱਕ ਛਿਨ ਦਰਸ ਦੇਖਾਂ ਇਹਦੀ, ਇੱਕ ਪਲ ਲਈ ਦੀਦਾਰ ਬਖਸ਼ ਦੇ, ਸਾਡਾ ਵਿਸ਼ਵਾਸ ਬਣ ਜਾਏ, ਮਿਲਣ ਦਾ ਚਾਹ ਪੈਦਾ ਹੋ ਜਾਏ ਤੇ ਮਿਲਾਪ ਵਿੱਚੋਂ ਹੀ ਪਰਮੇਸ਼ਰ ਤੇਰੇ ਚਰਨਾਂ ਦਾ ਰਸ ਪ੍ਰਾਪਤ ਹੋਣਾ, ਅਡੋਲਤਾ ਮਿਲਣੀ, ਉਸ ਅਡੋਲਤਾ ਸਦਕਾ ਹੀ ਇਹ ਜੀਵਨ ਸਫਲ ਹੋਣਾ ਹੈ। ਤੇ ਅੱਜ ਤੱਕ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੈ ਸਾਧ ਸੰਗਤ ਜੀ, ਉਹਨਾਂ ਨੇ ਅਟਲ ਵਿਸ਼ਵਾਸ ਸਹਿਤ ਹੀ ਪ੍ਰਾਪਤ ਕੀਤਾ ਹੈ। ਤੇ ਸਾਧ ਸੰਗਤ ਜੀ, ਇਤਿਹਾਸ ਸਾਖੀ ਜਿਨ੍ਹਾਂ ਦੇ ਨਾਮ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਆਪਣੀ ਬਾਣੀ ਅੰਦਰ ਅੰਕਿਤ ਕਰਦੇ ਨੇ, ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਤਰੀ। ਸਤਿਗੁਰੂ ਨਾਮਦੇਵ ਜੀ ਸਾਧ ਸੰਗਤ ਜੀ ਅਟਲ ਵਿਸ਼ਵਾਸ ਹੈ ਤੇ ਸਾਹਿਬ ਦੀ ਬਚਨ ਹਨ, दूध कटोरी अमृत परी सोइन कटोरी अमृत परी लै नामी हर अगे तरी निश्चो कर आराध्या हुए दयाल दरस दिखलाया। जदों विश्वास रख के आराध्या तो परमेश्वर ने दयालु होकर के मेहरबान होकर के कृपालु होकर के सामने बह के दर्शन दिते ते दुध पीता। ते सतगुरु कबीर महाराज जिन्होंने वचन कह दिता है, तू करता तू भया मुड में रहा ना हूं, जब आपा पर का मिट गया जत देखो तत तू। अब तो जाए चढ़े सिंहासन मिल है सारंग पानी, राम कबीरा एक पै है कोई न सकै पछाणी। नामदेव कबीर तरलोचन, तरलोचन जी जिन्हां नूं सतगुरु नामदेव जी संगत प्राप्त होई है। एक दिन वचन कीता, जिवें तुहाडे कोल बह के रब दुੱਧ पैंदा है, मैनू भी किरपा करो, मैनू भी किते दीदार करा दिओ। ते सासन इतिहास गवाई हुए बिचूला आन मिलाई, हों अधीन भगत दे पहुंच नहंगा भगती दावे। जो सतगुरु नामदेव की बेनती करते परमेश्वर के चरणों अंदर, मेरा एक भाई आ सेवक तरलोचन तुहाडे दर्शन चाहुंदा है। परमेश्वर कहते हस के ठाकर बोलिया, नामदेव ते क्या समझावे। रब हस के बोलिया, कहते नामदेव तू ते भोला है, तेरे ते भोले पाए तेरे प्रेम करके विश्वास करके तेनों दर्शन दिंदे आ, ते व्यापारी आ, पर तू विचूला ऐसा बनया है, तेनों ना नहीं करते असीं उहदे घर नौकर बन के नौकरी करेंगे, पहचान ही नहीं होना। ते सतगुरु सैन जी जिन्हां दा रूप धार के राजे दी मालश रब करदा है, ते साहब सतगुरु रविदास महाराज उस भरोसे नूं अटल विश्वास नूं प्रगट करदे वचन करदे ने। सगल पवन के नायका एक छिन दरस देखाए दी। हे परम पिता परमेश्वर, किरपा कर एक पल लई अपना दीदार बख्श, ताकि मेरा विश्वास बन जाए, तेरे मिलन का चाह पैदा हो जाए। मलन भई मत माधवा, ये मैं मनदा हाँ, कबूल करदा हाँ, मेरे विच औगण ने, मेरी मत बेकारां नाल मैली हो गई, मेरे विचार मलीन ने, भैड़े ने, कर्म खोटे ने, मैं तो कबूलदा हाँ, पर किरपा करें तेरी एक पल की मेहर की नज़र, तेरी मेहर की जिहड़ी नज़र आ बख्शिश आ, उहदे नाल सारे साडे काम मुश्किलां हल हो जाणियां, साडे औगण कट्टे जाने ने। ते परमेश्वर तेरी मेहर की नज़र नाल तेरा घटना कछ नहीं, ते साडी सब कुछ प्राप्ति हो जानी है, सानू आनंद बन जाना है। इसलिए सगल भवन के नायका एक छिन दर दिखा, मलन भई मत माधवा, ये असीं कबूल करते हाँ, साडे विच औगण नहीं, साडी मत मैली आ, बेकारां नाल भरी होई, अज्ञानी हाँ, बेसमझ हाँ, मूढ़ हाँ। ते साहब ने आख दिता है, मलन भई मत माधवा, साडी मत बेकारां करके मैली हो गई, मलीन है, अज्ञानी हाँ, बेसमझ हाँ। तेरी गत लखी न डाए, पर तेरी महिमा अपरंपार है, तुसीं अपने परोपकार करन तों अज तक रुके नहीं। तुसीं सदीव काल जैने नाउ तहां तेरी सेवा, अपने सेवकी आपे राखे आपे नाम जपावे, जैने काज किरत सेवकी तहां तहां उड़तावे। जिथे जिथे भी परमेश्वर संसार दे आके दुखियां ने ललकारिया, उत्थे ही तुसीं अपने सेवक दे इज्जत रखीए, पैज रखीए, ते दुनिया के अंदर जित बख्शीए। राजगुरु
ਬ੍ਰਹਮ ਗੁਰੂ ਦੀ ਪਦਵੀ ਬਖਸ਼ੀਏ। ਤੇ ਅੱਜ ਧਰਮ ਦੇ ਠੇਕੇਦਾਰ ਜਿਹੜੇ ਕਦੇ ਪਰਛਾਵੇਂ ਤੋਂ ਪਿੱਟ ਮੰਨਦੇ ਸੀ, ਅੱਜ ਲੰਮੇ ਪੈ ਕੇ ਡੰਡੌਤਾਂ ਕਰਦੇ ਨੇ ਤੇ ਰਾਜ ਗੁਰੂ ਮੰਨ ਕੇ ਹੁਕਮ ਮੰਨਦੇ ਨੇ ਤੇ ਹਰ ਵੇਲੇ ਆਗਿਆ ਮੰਨਣ ਲਈ ਤਿਆਰ ਰਹਿੰਦੇ ਨੇ। ਤੇ ਇਸ ਲਈ ਤੇਰੀ ਗਤ ਲਖੀ ਨਾ ਡਾਏ, ਤੇਰੀ ਮਹਿਮਾ, ਤੇਰੇ ਪਰਉਪਕਾਰ ਗਿਣੇ ਨਹੀਂ ਜਾ ਸਕਦੇ। ਪਰ ਤੂੰ ਤੇ ਪਰਉਪਕਾਰ ਨੂੰ ਕਰਨੋਂ ਹਟਿਆ ਨਹੀਂ। ਅਸੀਂ ਆਪਣੇ ਔਗਣ ਕਬੂਲ ਕਰਦੇ ਹਾਂ। ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਡਾਏ, ਕਰੋ ਕਿਰਪਾ ਪਰਮ ਚੁਕਾਈ। ਕਰੋ ਕਿਰਪਾ, ਸਾਡੇ ਭਰਮ ਸ਼ੰਕੀ ਬੇਕਾਰ ਜਿਹੜੇ ਆ ਉਹਨਾਂ ਤੋਂ ਮੁਕਤ ਕਰ ਦਿਓ, ਨਾਸ਼ ਕਰ ਦਿਓ। ਕਰੋ ਕਿਰਪਾ ਪਰਮ ਚੁਕਾਈ, ਮੈਂ ਸੁਮਤ ਦੇਹੋ ਸਮਝਾਏ। ਕਿਰਪਾ ਕਰੋ, ਬ੍ਰਹਮ ਗਿਆਨ ਦੀ ਦਾਤ ਬਖਸ਼ ਕਰੋ, ਅਸੀਂ ਸਮਝ ਸਕੀਏ ਤੇ ਦੁਨੀਆ ਨੂੰ ਤੇਰਾ ਬਖਸ਼ਿਆ ਹੋਇਆ ਗਿਆਨ ਇਹ ਦੁਨੀਆ ਸਮਝ ਸਕੇ। ਇਹ ਸਾਰਾ ਸੰਸਾਰ ਇੱਕ ਵਿਸ਼ਵ ਪਰਿਵਾਰ ਹੋ ਜਾਏ, ਇੱਕ ਰਾਜ ਸਰਕਾਰ ਹੋਵੇ, ਕਾਇਮ ਦਾਮ ਤੇਰੀ ਪਾਤਸ਼ਾਹੀ ਹੋਵੇ। ਦੋ ਮਨਾਸੀ ਇੱਕ ਸੋਇਆਰੇ, ਸਾਰਿਆਂ ਨੂੰ ਨਿਆਂ ਹੋਵੇ, ਬਰਾਬਰਤਾ ਹੋਵੇ, ਕਿਸੇ ਤੇ ਅਤਿਆਚਾਰ ਨਾ ਹੋਵੇ। ਇਸ ਲਈ ਕਰੋ ਕਿਰਪਾ ਪਰਮ ਚੁਕਾਈ। ਇਹ ਸੰਸਾਰ ਦੇ ਅੰਦਰ ਜਿਹੜੇ ਭਰਮ ਭੁਲੇਖੇ ਨੇ, ਸ਼ੰਕੇ ਨੇ, ਵਹਿਮ ਨੇ, ਉਹਨਾਂ ਦੀ ਨਿਵਰਤੀ ਕਰੋ। ਕਰੋ ਕਿਰਪਾ ਪਰਮ ਚੁਕਾਈ, ਮੈਂ ਸੁਮਤ ਦੇਹੋ ਸਮਝਾਏ। ਸਮਤ ਬਖਸ਼ੋ, ਗਿਆਨ ਬਖਸ਼ੋ, ਅਕਲ ਬਖਸ਼ੋ, ਬੁੱਧ ਬਖਸ਼ੋ। ਮੈਂ ਸੁਮਤ ਦੇਹੋ ਸਮਝਾਏ, ਜੋਗੀ ਸਰ ਪਾਵੈ ਨਹੀਂ, ਤੋ ਗੁਣ ਕਥਨ ਅਪਾਰ। ਅੱਜ ਜੀਵ ਦਾ ਭੁਲੇਖਾ ਏ, ਜਿਹੜੇ ਪਰਮੇਸ਼ਰ ਤੇਰੇ ਗੁਣ ਗਾਉਂਦੇ ਨੇ, ਅੰਦਰ ਭਾਵਨਾ ਹੁੰਦੀ ਏ ਕਿ ਸ਼ਾਇਦ ਅਸੀਂ ਪਰਮੇਸ਼ਰ ਦਾ ਅੰਤ ਪਾ ਲਾਂਗੇ, ਸਾਨੂੰ ਦੁਨੀਆ ਦੀ ਵਡਿਆਈ ਮਿਲ ਗਈ ਏ, ਬਾਦਸ਼ਾਹੀ ਮਿਲ ਗਈ ਏ, ਰਾਜਗੁਰੂ ਦੀ ਪਦਵੀ ਮਿਲ ਗਈ ਏ, ਭੁਲੇਖੇ ਨੇ। ਤੇ ਪਾਤਸ਼ਾਹ ਕਹਿੰਦੇ ਨੇ, ਜੋਗੀ ਸਰ ਪਾਵੈ ਨਹੀਂ, ਤੋ ਗੁਣ ਕਥਨ ਅਪਾਰ। ਪ੍ਰੇਮ ਭਗਤ ਕੇ ਕਾਰਨ ਇਹ ਕੇਵਲ ਭੁਲੇਖਾ ਹੈ, ਕਿਉਂਕਿ ਅੰਤ ਨ ਪਾਵਤ ਦੇਵ ਸਰਬੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੇ। ਅੰਤ ਨ ਸਿਫਤੀ ਕਹਿਣਾ ਅੰਤ, ਅੰਤ ਨ ਕਰਨਾ ਦੇਣ ਅੰਤ, ਅੰਤ ਨ ਡਾਣੈ ਕਿਆ ਮਨ ਮੰਤ, ਅੰਤ ਨ ਡਾਪੈ ਕੀਤਾ ਆਕਾਰ, ਅੰਤ ਨ ਡਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲਲਾ, ਤਾਂ ਕਿ ਅੰਤ ਨਾ ਪਾਏ ਜਾਏ। ਪਰਮੇਸ਼ਰ ਤੇਰਾ ਅੰਤ ਪਾਉਣ ਲਈ ਪਤਾ ਨਹੀਂ ਕਿੰਨੇ ਕਿੱਥੇ ਬਾਦਸ਼ਾਹੀਆਂ, ਰਾਜਗੁਰੂ ਦੀ ਪਦਵੀਆਂ, ਚੱਕਰਵਾਤੀ ਰਾਜੇ ਬਣ ਕੇ ਚਲੇ ਗਏ ਨੇ, ਪਰ ਤੇਰਾ ਅੰਤ ਨਹੀਂ ਪਾ ਸਕੇ। ਇਹ ਭੁਲੇਖਾ ਏ। ਜੋਗੀ ਸਰ ਪਾਵੈ ਨਹੀਂ, ਇੱਥੇ ਜੋਗੀ ਸਰ 300 ਸਾਲ ਸਮਾਧੀਆਂ ਲਾ ਕੇ ਚਲੇ ਗਏ ਨੇ, ਤੇਰਾ ਅੰਤ ਨਹੀਂ ਪਾ ਸਕੇ। ਇਹ ਭੁਲੇਖਾ ਦੁਨੀਆ ਦਾ। ਜੋਗੀ ਸਰ ਪਾਵੈ ਨਹੀਂ, ਤੋ ਗੁਣ ਕਥਨ ਅਪਾਰ। ਤੇਰੇ ਗੁਣ ਕਹਿ ਨਹੀਂ ਜਾ ਸਕਦੇ। ਤੇ ਸਤਿਗੁਰੂ ਕਬੀਰ ਜੀ ਨੇ ਤੇ ਨੇਨਾ ਦੇ ਦਿੱਤਾ, ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਵਣ ਰਾਏ, ਵਸਦਾ ਕਾਗਦ ਜਾਂ ਕਰੋ ਹਰ ਜਸ ਲਿਖਣ ਰੰਡਾਏ। ਪਰਮੇਸ਼ਰ ਸਾਰੀ ਧਰਤੀ ਕਾਗਜ਼ ਹੋ ਜਾਏ, ਸਾਰੀ ਬਨਸਪਤੀ ਕਲਮਾਂ ਬਣ ਜਾਣ, ਸਾਰੇ ਸਮੁੰਦਰ ਸ਼ਾਹੀ ਬਣ ਜਾਣ, ਤਾਂ ਪਰਮੇਸ਼ਰ ਤੇਰੀ ਮਹਿਮਾ ਲਿਖ ਕੇ ਤੇਰਾ ਅੰਤ ਨਹੀਂ ਪਾਇਆ ਜਾਣਾ। ਇਸ ਲਈ ਇਹ ਸੰਸਾਰ ਬੇਸਮਝ ਆਪਣੇ ਆਪ ਨੂੰ ਰਾਜਗੁਰੂ ਬ੍ਰਹਮ ਗੁਰੂ ਸਮਝ ਬੈਠਾ ਏ ਕਿ ਤੇਰੇ ਗੁਣ ਗਾ ਕੇ ਅਸੀਂ ਪਤਾ ਨਹੀਂ ਕਿਹੜੀ ਪਦਵੀ ਮਾਰ ਲਈ, ਕਿਹੜੀ ਤਰੱਕੀ ਕਰ ਗਏ। ਪਰ ਇਹ ਭੁਲੇਖਾ ਹੈ। ਤੇਰੇ ਗੁਣਾਂ ਨੂੰ, ਤੇਰੇ ਅੰਤ ਨੂੰ ਤਾਂ ਵੱਡੇ ਵੱਡੇ ਜੋਗੀ ਸਮਾਧੀਆਂ ਲਾ ਕੇ ਥੱਕ ਗਏ ਨੇ। ਜੁਗੋ ਜੁਗ ਜਿਨ੍ਹਾਂ ਨੇ ਸਮਾਧੀਆਂ ਲਾਈਆਂ ਉਹ ਵੀ ਉਹ ਵੀ ਅੰਤ ਨੂੰ ਕਹਿ ਰਹੇ ਨੇ, ਪਰਮੇਸ਼ਰ ਤੂੰ ਬੇਅੰਤ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਪਾਲੈ ਅਕਿਰਤ ਗਣਾ, ਪੂਰਨ ਦ੍ਰਿਸ਼ਟੀ ਤੇਰੀ, ਤੂੰ ਤੇ ਅਕਿਰਤ ਗਣਾ ਨੂੰ ਵੀ ਪਾਲਦਾ ਏ, ਤੇਰੀ ਦ੍ਰਿਸ਼ਟੀ ਏ। ਨਹੀਂ ਤਾਂ ਬੰਦਾ ਤਾਂ ਸਕੇ ਭਾਈ ਦਾ ਭਾਈ ਅੱਜ ਸਾਧ ਸੰਗਤ ਦੀ ਕਾਤਲ ਬਣਿਆ ਹੋਇਆ। ਇਸ ਲਈ ਸਹਿ ਬਚਨ ਕਰਦੇ ਨੇ, ਜੋਗੀ ਸਰ ਪਾਵੈ ਨਹੀਂ, ਤੋ ਗੁਣ ਕਥਨ ਅਪਾਰ। ਪਰਮੇਸ਼ਰ ਤੇਰੀ ਮਹਿਮਾ, ਤੇਰੇ ਗੁਣਾਂ ਦਾ ਅੰਤ ਵੱਡੇ ਵੱਡੇ ਜੋਗੀ ਸਮਾਧੀਆਂ ਲਾ ਕੇ ਥੱਕ ਗਏ ਨੇ, ਅੰਤ ਨੂੰ ਤੇਰੇ ਚਰਨਾਂ ਵਿੱਚ ਨਮਸਕਾਰਾਂ ਕਰਦੇ ਨੇ, ਆਪਣੀਆਂ ਭੁੱਲਾਂ ਬਖਸ਼ਾਉਂਦੇ। ਇਸ ਲਈ ਤੋ ਗੁਣ ਕਥਨ ਅਪਾਰ, ਪ੍ਰੇਮ ਭਗਤ ਕੇ ਕਾਰਣੇ, ਕੌਰਵ ਦਾਸ ਚਮਾਰ। ਇਸ ਲਈ ਇਹ ਪਰਮ ਪਿਤਾ ਪਰਮੇਸ਼ਰ, ਮੈਂ ਤਾਂ ਤੇਰੀ ਪ੍ਰੇਮਾ ਭਗਤੀ ਦਾ ਭੁੱਖਾ। ਪ੍ਰੇਮ ਵਿੱਚ ਆ ਕੇ ਤੇਰਾ ਸੰਸਾਰ ਜਿਹੜਾ ਪ੍ਰੇਮ ਦੀ ਖੇਡ ਆ, ਉਹਨੂੰ ਸਦਾ ਹੀ ਖਿੜਿਆ, ਹਰਿਆ ਭਰਿਆ ਬਾਗ ਚਾਹੁੰਦਾ। ਤੇ ਕਿਤੇ ਮਸਤ ਹੋਏ ਝੂਟੇ ਵਾਂਗੂ ਹਰੀ ਅੰਗੁਰੀ ਗਧਾ ਚਰੇ। ਹਿਰਦੇ ਅੰਦਰੋਂ ਪਰਮੇਸ਼ਰ ਮਿਲਣ ਦਾ ਚਾਅ, ਹਰੀ ਅੰਗੁਰੀ ਬੂਟੀ ਫੁੱਟਦੀ ਏ,
ਹਿਰਦੇ ਵਿੱਚੋਂ ਚਾਅ ਪੈਦਾ ਹੁੰਦਾ ਏ ਪਰਮੇਸ਼ਰ ਮਿਲਣ ਦਾ, ਪਰ ਉੱਪਰ ਗਧਾ ਰੂਪੀ ਮਸਤ ਹੋਇਆ ਝੂਟਾ ਮਨ ਬੈਠਾ ਏ, ਉਹ ਸਾਰਾ ਕੁਝ ਮਸਲ ਹੀ ਜਾ ਰਿਹਾ। ਇਸੇ ਤਰ੍ਹਾਂ ਪਰਮੇਸ਼ਰ ਤੇ ਪਰਉਪਕਾਰ ਕਰਦਾ ਏ, ਦੁਨੀਆ ਦਾ ਰਾਜ ਜੀਣਾ ਚਾਹੁੰਦਾ ਏ, ਪਰ ਅਸੀਂ ਅੱਜ ਅਕਲ ਤੋਂ ਹੀਣੇ, ਬਾਹਰੋਂ ਭਗਵਾਨ ਅੰਦਰੋਂ ਸ਼ੈਤਾਨ ਦੁਨੀਆ ਦਾ ਘਾਣ ਕਰ ਲਈ, ਇੱਕ ਤੋਂ ਇੱਕ ਵੱਧ ਕੇ ਅੱਗੇ ਹੋਏ ਫਿਰਦੇ। ਇਸ ਲਈ ਪਾਤਸ਼ਾਹ ਕਹਿੰਦੇ ਨੇ ਕਰੋ ਕਿਰਪਾ, ਪਰਮੇਸ਼ਰ ਤੂੰ ਕਿਰਪਾ ਕਰ। ਇਹ ਤੇਰਾ ਸੰਸਾਰ ਜਿਹੜਾ ਵਿਸ਼ਵ ਪਰਿਵਾਰ ਆ, ਇਹ ਪਰਿਵਾਰ ਫੁਲਵਾੜੀ ਜਿਹੜੀ ਸਦਾ ਹੀ ਖਿੜੀ ਰਵੇ, ਐਵੇਂ ਮੂਰਖ ਕਿਤੇ ਅਕਿਰਤ ਗਣ ਇਹਨੂੰ ਉਜਾੜੇ ਨਾ ਦੇਣ, ਕਿਰਪਾ ਕਰ ਤੂੰ ਸਮੱਤ ਬਖਸ਼ ਕਰ। ਕਰੋ ਕਿਰਪਾ ਪਰਮ ਚੂਕਈ, ਜਿਹੜੇ ਭਰਮਿਆਂ ਸ਼ਾਂਕੇ ਆ ਉਹਨਾਂ ਨੂੰ ਤੂੰ ਮਿਟਾ ਸਕਦਾ ਹੈ, ਤੂੰ ਗਿਆਨ ਬਖਸ਼, ਬੁੱਧ ਬਖਸ਼, ਅਕਲ ਬਖਸ਼, ਸੁਮਤ ਬਖਸ਼ੇ ਕਰ। ਕਰੋ ਕਿਰਪਾ ਪਰਮ ਚੂਕਈ, ਮੈਂ ਸੁਮਤ ਦਿਓ ਸਮਝਾਏ, ਜੋਗੀ ਸਰ ਪਾਵੈ ਨਹੀਂ ਤੋ ਗੁਣ ਕਥਨਿਆ ਪਾਰ, ਪ੍ਰੇਮ ਭਗਤ ਕੇ ਕਾਰਣੇ। ਇਹ ਪਰਮੇਸ਼ਰ ਮੈਂ ਤੇ ਤੇਰੀ ਪ੍ਰੇਮਾ ਭਗਤੀ ਤੇਰੇ ਪਿਆਰ ਵਿੱਚ ਆ ਕੇ ਇਹ ਸੱਚ ਅਕਾਲ ਪੁਰਖ ਤੇਰੇ ਚਰਨਾਂ ਵਿੱਚ ਰਸਨਾ ਤੋਂ ਕਹਿ ਬੈਠੇ ਆ। ਹੁਣ ਤੇਰੀ ਮਰਜ਼ੀ ਆ ਪਰਮੇਸ਼ਰ, ਮੈਂ ਤਾਂ ਤੇਰੇ ਸਿਮਰਨ ਅੰਦਰ ਸਦਾ ਹੀ ਮਸਤ ਰਵਾਂਗਾ। ਹੁਣ ਜਿਵੇਂ ਵੀ ਚਾਹੁੰਦਾ ਇਹ ਸੰਸਾਰ ਨੂੰ ਆਪਣੇ ਨਿਰੰਕਾਰ ਪਾਤਸ਼ਾਹ ਪਰਮੇਸ਼ਰ, ਇਹ ਪਰਿਵਾਰ ਜਿਹੜਾ ਸਦਾ ਹੀ ਖਿੜਿਆ ਰਵੇ, ਕਿਰਪਾ ਕਰੋ, ਭਰਮਾਂ ਦਾ ਸ਼ੰਕਿਆਂ ਦਾ ਨਾਸ਼ ਕਰੋ। ਤੇ ਸਾਸੰਗ ਛੋਟੀ ਜਿਹੀ ਸਾਖੀ ਯਾਦ ਆਈ ਹੈ। ਇੱਕ ਦਿਨ ਸਾਧ ਸੰਗਤ ਦੇ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਪਾਤਸ਼ਾਹ ਇਕਾਂਤ ਵਿੱਚ ਬੈਠੇ ਨੇ, ਤੇ ਇੱਕ ਸ਼ਾਹੂਕਾਰ, ਸਾਸੰਗ ਜੀ ਜਿਹੜਾ ਸ਼ਾਹੂਕਾਰ ਹੈ, ਹਰ ਤਰ੍ਹਾਂ ਦੀ ਨਿਆਮਤ ਬਖਸ਼ਿਸ਼ ਹੈ, ਸੰਸਾਰ ਦੀ ਸਾਰੇ ਸੁੱਖ ਨੇ, ਭੋਗ ਨੇ, ਖੁਸ਼ੀਆਂ ਨੇ, ਪਰ ਇੱਕ ਦਿਨ ਸਾਧ ਸੰਗਤ ਦੀ ਐਸੋ ਰਾਜ ਨਾ ਕਿਤੇ ਕਾਜਿਤ ਨਹਿ ਤਰਪਤਾਏ, ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਤੇ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਉਹ ਸ਼ਾਹੂਕਾਰ ਨਮਸਕਾਰ ਕਰਦਾ ਏ ਤੇ ਬੇਨਤੀ ਕਰਦਾ, ਸਤਿਗੁਰੂ ਜੀ, ਜਦੋਂ ਇੱਕ ਦੋ ਦਿਨ ਹੋਏ ਨਾ ਸਤਿਗੁਰ ਦੇ ਚਰਨਾਂ ਵਿੱਚ ਰਹਿੰਦੇ ਆ, ਕਹਿੰਦਾ ਪਾਤਸ਼ਾਹ ਕਿਰਪਾ ਕਰੋ, ਤੁਹਾਡੀ ਕਿਰਪਾ ਸਦਕਾ ਸ਼ਾਹੂਕਾਰ ਆ, ਤੇ ਅੱਜ ਅਨੇਕਾਂ ਭੋਗ ਭੋਗੇ ਨੇ, ਪਰ ਸ਼ਾਂਤੀ ਨਹੀਂ ਮਿਲਦੀ। ਕਿਰਪਾ ਕਰੋ, ਚਰਨਾਂ ਦੀ ਖਾਕ ਬਖਸ਼ਿਸ਼ ਕਰੋ, ਚਰਨਾਂ ਦੀ ਸੰਗਤ ਬਖਸ਼ ਕਰੋ, ਤੇ ਸ਼ਾਂਤੀ ਪੂਰਵਕ ਜਿਹੜਾ ਮਨ ਟਿਕ ਜਾਏ, ਜੀਵਨ ਸਫਲ ਹੋ ਜਾਏ। ਅੰਦਰੋਂ ਹਿਰਦਾ ਸੜਿਆ ਬਲਿਆ ਏ, ਅਨੇਕਾਂ ਨਿਆਮਤਾਂ ਨੇ, ਪਰ ਹਿਰਦਾ ਸੜਿਆ ਬਲਿਆ ਏ, ਕਿਰਪਾ ਕਰੋ। ਤੇ ਸਤਿਗੁਰ ਕਹਿੰਦੇ ਕੋਈ ਗੱਲ ਨਹੀਂ, ਸੰਗਤ ਕਰਿਆ ਕਰ, ਆਪੇ ਕਿਰਪਾ ਹੋ ਜਾਏਗੀ। ਤੇ ਸਤਸੰਗ ਜਦੋਂ 2-4 ਦਿਨ ਸੰਗਤ ਹੋਈ, ਤੇ ਸਤਿਗੁਰਾਂ ਨੇ ਦੇਖਿਆ ਵੀ ਹੁਣ ਬੰਦਾ ਟਿਕ ਗਿਆ, ਹੁਣ ਇਹਨੂੰ ਸਮਝਾਉਣਾ ਕਰੀਏ। ਕਹਿੰਦੇ ਵੀ ਸ਼ਾਹੂਕਾਰਾ, ਮਨ ਕਰਦਾ ਏ ਵੀ ਆਪਾਂ ਕਿਤੇ ਯਾਤਰਾ ਤੇ ਚਲੀਏ, ਕਿਉਂਕਿ ਸਾਧ ਸੰਗਤ ਦੀ ਸਤਿਗੁਰ ਅੰਦਰ ਦੀ ਗੱਲ ਜਾਣਦਾ ਏ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੀ ਸਿੱਖ ਸਿੱਖ ਉਧਰੈ, ਨਾਨਕ ਹਰਿ ਗੁਣ ਗਾਏ। ਐਸੀ ਬ੍ਰਹਮ ਗੁਰੂ ਬ੍ਰਹਮਪਾਦੀ ਪ੍ਰਾਪਤੀ ਵਾਲੇ ਸਾਹਿਬ ਸਤਿਗੁਰੂ ਗੁਰੂ ਰਵਿਦਾਸ ਕਹਿੰਦੇ ਇਹਨੇ ਏਦਾਂ ਸਮਝਣਾ ਨਹੀਂ। ਕਹਿੰਦੇ ਇਹਨੂੰ ਜਿੰਨਾ ਚਿਰ ਦਸ਼ਨਾਟ ਨਾ ਦਿੱਤਾ ਨਾ, ਪ੍ਰਮਾਣ ਨਾ ਮਿਲਿਆ, ਇਹਨੂੰ ਸਮਝ ਨਹੀਂ ਆਉਣੀ। ਜਦੋਂ ਚੱਲ ਪੈ ਨਾ ਸਾਧ ਸੰਗਤ ਦੀ, ਜਦੋਂ ਕਹਿੰਦੇ ਵੀ ਆਪਾਂ ਯਾਤਰਾ ਤੇ ਜਾਣਾ ਨਾ, ਉਹ ਮੇਰੇ ਵਰਗੇ ਨੇ ਚੰਗਾ ਮਹਿੰਗੇ ਮਹਿੰਗੇ ਦੁਸ਼ਾਲੇ ਜਿਹੜੇ ਸੀ ਨਾ, ਸਿੱਟੇ ਮੋਢੇ ਤੇ ਮਾਇਆ ਦੀਆਂ ਦੱਥੀਆਂ, ਤੇ ਸਾਧ ਸੰਗਤ ਕਿਲੋ ਸੋਨਾ ਵੀ ਬਖਦੀ ਕਰਕੇ ਪਾ ਲਿਆ ਜੇਬ 'ਚ, ਪਤਾ ਨਹੀਂ ਕਿੱਥੇ ਕੀ ਲੋੜ ਪੈ ਜਾਏ। ਤੇ ਸਾਰੇ ਚਲੇ ਜਾਂਦੇ ਨੇ, ਤੇ ਸਤਿਗੁਰ ਜਾਣਦੇ ਨੇ, ਤੇ ਰਸਤੇ ਵਿੱਚ ਕੀ ਦੇਖਦੇ ਨੇ, ਇੱਕ ਸਾਧ ਸੰਗਤ ਦੀ ਫਟੀ ਜਿਹੀ ਗੋਦੜੀ ਪਈ ਆ, ਕੰਬਲੀ ਪਈ ਆ। ਪਾਤਸ਼ਾਹ ਨੇ ਕਹਿਣ ਲੱਗੇ ਵੀ ਪਿਆਰਿਆ ਏਦਾਂ ਕਰ, ਆ ਜਿਹੜਾ ਤੂੰ ਦੁਸ਼ਾਲੇ ਚੱਕੀ ਫਿਰਦਾ ਨਾ, ਮਾਇਆ ਮੋਇਆ ਇਕੱਠੀ ਫਿਰਦਾ, ਇਹ ਸਾਰਾ ਬਕਾਰ ਆ, ਇਹ ਦੁੱਖ ਪੈਦਾ ਕਰਦੀ ਆ, ਇਹਨੇ ਕਦੀ ਕਿਸੇ ਨੇ ਸੁੱਖ ਨਹੀਂ ਪਾਇਆ, ਇਹਨੂੰ ਤੂੰ ਸਿੱਟ ਦੇ। ਆ ਜਿਹੜੀ ਗੋਦੜੀ ਪਈ ਹੈ ਨਾ, ਉਹ ਚੁੱਕ ਲਿਆ, ਉਹ ਮੈਨੂੰ ਚੰਗੀ ਲੱਗਦੀ ਆ, ਆਪਾਂ ਨੂੰ ਸੁੱਖ ਦੇਊਗੀ। ਤੇ ਸਾਧ ਸੰਗਤ ਦੀ ਜਦੋਂ ਇਹ ਸਤਿਗੁਰਾਂ ਨੇ ਬਚਨ ਆਖਿਆ ਨਾ, ਮਨ ਦੀ ਅਵਸਥਾ ਹੋ ਗਈ। ਤੇ ਸਾਧ ਸੰਗਤ ਦੀ ਐਸੀ ਅਵਸਥਾ, ਪਤਾ ਲੱਗ ਗਿਆ ਕਿ ਇਹਨੇ ਸਮਝਣਾ ਨਹੀਂ। ਤੇ ਪਾਤਸ਼ਾਹ ਕਹਿਣ ਲੱਗੇ ਵੀ ਜੇ ਤੇਰਾ ਮਨ ਨਹੀਂ ਮੰਨਦਾ ਨਾ, ਇਹ ਬਕਾਰੀ ਚੀਜ਼ਾਂ ਫਾਲਤੂ ਚੀਜ਼ਾਂ ਦੁਸ਼ਾਲੇ ਤੇ ਮਾਇਆ ਸਿੱਟਣ ਨੂੰ, ਤੇ ਜੇ ਤੈਨੂੰ ਗੋਦੜੀ ਚੰਗੀ ਨਹੀਂ ਲੱਗਦੀ ਤਾਂ ਮੈਂ ਚੁੱਕ ਲਵਾਂ। ਤੇ ਸਾਧ ਸੰਗਤ ਅੱਜ ਆਪਾਂ ਨੂੰ ਪਤਾ ਹੀ ਆ, ਪਦਾਰਥਵਾਦੀ ਯੁੱਗ ਆ। ਤੇ ਸਾਧ ਸੰਗਤ ਦੀ ਅੱਜ ਆਪਾਂ ਸਾਖੀਆਂ ਸੁਣਦੇ ਆ ਨਾ, ਕਹਿੰਦੇ ਗੁਰੂ ਤੇ ਸਿੱਖ ਕੁੱਲੀ ਵਿੱਚ ਰਹਿੰਦੇ ਸੀ, ਮੀਂਹ ਆ ਗਿਆ, ਤੇ ਗੁਰੂ ਸਿੱਖ ਨੂੰ ਕਹਿੰਦਾ ਵੀ ਪਿਆਰਿਆ ਮੀਂਹ ਪੈਂਦਾ, ਕੁੱਲੀ ਚੋਣ ਲੱਗ ਪਈ, ਉੱਤੇ ਥੋੜੀ ਜਿਹੀ ਮਿੱਟੀ ਪਾਇਆ। ਕਹਿੰਦਾ ਪਾਤਸ਼ਾਹ ਚਲੇ ਤਾਂ ਮੈਂ ਜਾਂਦਾ, ਪਰ ਮੇਰੀ ਤੁਹਾਡੇ ਵੱਲੋਂ ਪਿੱਠ ਹੋ ਜਾਣੀ ਆ, ਇਸ ਲਈ ਕਰਕੇ ਤੁਸੀਂ ਜਾਇਓ।
ਤੇ ਸਾਧ ਸੰਗਤ ਜੀ ਆਪਾਂ ਸਾਰੇ ਜਾਣੂ ਆ। ਤੇ ਫਿਰ ਕਹਿੰਦੇ ਵੀ ਹੁਣ ਪ੍ਰਸ਼ਾਦਾ ਤਿਆਰ ਹੋ ਗਿਆ, ਹੁਣ ਤੁਸੀਂ ਛਕ ਲਾ। ਕਹਿੰਦੇ ਮੈਂ ਹੁਣ ਤੁਹਾਡਾ ਤੀਸਰਾ ਵਚਨ ਮੋੜ ਨਹੀਂ ਸਕਦਾ, ਤੇ ਛਕ ਹੀ ਲੈਣਾ ਹੈ। ਅੱਜ ਸਾਡੇ ਹਾਲਾਤ ਇਹ ਨੇ। ਤੇ ਸਾਧ ਸੰਗਤ ਜੀ ਖਾਣ ਪੀਣ ਨੂੰ ਆਪਾਂ ਸਭ ਤੋਂ ਮੋਹਰੇ ਆ, ਤੇ ਜਦੋਂ ਸਮਾਜ ਲਈ ਕੌਮ ਲਈ ਫਿਰ ਗੱਲਾਂ ਕਰਨ ਨੂੰ ਅੰਦਰ ਬਥੇਰੇ ਆ। ਤੇ ਸਾਧ ਸੰਗਤ ਜੀ ਸਤਿਗੁਰ ਕਹਿੰਦੇ ਨੇ ਸਮਝਣਾ ਨਹੀਂ, ਇਹਨੂੰ ਦ੍ਰਿਸ਼ਟਾਂਤ ਦਈਏ। ਤੇ ਸਾਧ ਸੰਗਤ ਕਹਿੰਦੀ ਜੇ ਤੇਰਾ ਮਨ ਨਹੀਂ ਕਰਦਾ ਨਾ, ਇਹ ਗੋਦਰੀ ਤੈਨੂੰ ਪੁਰਾਣੀ ਲੱਗਦੀ ਆ ਤਾਂ ਮੈਂ ਚੁੱਕ ਲਵਾਂ। ਤੇ ਉਹ ਸਿੱਖ ਵਾਂਗੂ ਅੱਜ ਸਾਡੇ ਹਾਲਾਤ ਨੇ। ਕਹਿੰਦੇ ਸਤਿਗੁਰਾਂ ਨੇ ਫਟੀ ਹੋਈ ਗੋਦਰੀ ਚੱਕੀ ਮੋਢੇ ਸੁੱਟੀ ਤੁਰ ਪਏ। ਜਦੋਂ ਅੱਗੇ ਗਏ ਰਸਤੇ 'ਚ ਹਨੇਰਾ ਹੋ ਗਿਆ। ਤੇ ਸਾਧ ਸੰਗਤ ਜੀ ਕਹਿੰਦੇ ਹੁਣ ਸਰਾਂ ਦੀ ਲੱਭੀਏ ਕੋਈ, ਆਪਾਂ ਰਾਤ ਕੱਟਣੀ ਆ। ਸਰਾਂ ਲੱਭੇ, ਰਾਤ ਕੱਟਣ ਲਈ ਰੁਕ ਗਏ। ਅੱਧੀ ਕੁ ਰਾਤ ਹੋਈ। ਸਾਧ ਸੰਗਤ ਜੀ ਚੌਥੇ ਪਹਿਰ ਸੁਬਾਹ ਕੀ ਸੁਰਤਿਆਂ ਉਪਜਿਆ ਚਾਉ, ਤਿੰਨ ਦਰਿਆਵਾਂ ਸੋ ਦੁਖਤੀ ਮਨ, ਮੁਖ ਸੱਚਾ ਨਾਮ। ਰੱਬ ਦੀ ਬੰਦਗੀ ਵਾਲੀ ਸਾਧ ਸੰਗਤ ਜੀ ਜਾਗਣ ਭਿੰਨੀ ਰਹਿਣਗੇ ਚਮਕਣ ਤਾਰੇ, ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਸਤਿਗੁਰੂ ਤੇ ਸਦਾ ਹੀ ਜਾਗਦੇ ਨੇ, ਸਿਮਰਨ ਵਿੱਚ ਨੇ। ਤੇ ਸਾਧ ਸਿੰਘ ਜਦੋਂ ਚੌਥੀ ਪਹਿਰ ਸੁਬਾਹ ਕੀ ਸੈਰ ਲਈ ਸਤਿਗੁਰੂ ਨਿਕਲੇ ਤੇ ਕੀ ਹੋਇਆ ਸਾਧ ਸੰਗਤ ਜੀ, ਉਹ ਸਰਾਂ ਦੇ ਅੰਦਰ ਡਾਕੂ ਆ ਗਿਆ, ਲੁਟੇਰੇ ਆ ਗਏ। ਤੇ ਡਾਕੂ ਜਿੰਨੇ ਵੀ ਮੇਰੇ ਵਰਗੇ ਯਾਤਰੀ ਸੀ ਨਾ, ਵਧੀਆ ਵਧੀਆ ਦਿਸ਼ਾਲੇ ਲੈ ਕੇ ਇੱਧਰ ਉੱਧਰ ਹੀ ਸੋਨਾ ਮਾਇਆ ਰੱਖੀ ਸੀ, ਨਾਲੇ ਤਾਂ ਕੁੱਟ ਖਾਧੇ ਨਾਲੇ ਸਾਰਾ ਸਮਾਨ ਲੁਟਾ ਗਿਆ। ਇੰਨੀ ਦੇਰ ਨੂੰ ਸਾਧ ਸੰਗਤ ਜੀ ਸਤਿਗੁਰੂ ਆਏ। ਕੀ ਦੇਖਦੇ ਨੇ, ਉਹ ਜਿਹੜਾ ਸੀ ਸ਼ਾਹੂਕਾਰ ਨਾ, ਨਾਲੇ ਕੰਬਦਾ ਨਾਲੇ ਹਾਏ ਹਾਏ ਕਰਦਾ। ਮਹਾਰਾਜ ਕਹਿੰਦੇ ਕੀ ਗੱਲ ਹੋਈ? ਕਹਿੰਦੇ ਹੋਣਾ ਕੀ ਬਾਦਸ਼ਾਹ, ਤੁਸੀਂ ਕਿੱਥੇ ਚਲੇ? ਕਹਿੰਦੇ ਅਸੀਂ ਤਾਂ ਅੰਮ੍ਰਿਤ ਵੇਲਾ ਸੀ, ਸਿਮਰਨ ਬੰਦਗੀ ਵਿੱਚ ਸੈਰ ਲਈ ਨਿਕਲ ਗਏ ਸੀ। ਕਹਿੰਦੇ ਪਾਤਸ਼ਾਹ ਤੁਸੀਂ ਤਾਂ ਚਲ ਗਿਆ, ਬਾਅਦ ਤੁਹਾਡੇ ਤੋਂ ਡਾਕੂ ਆ ਗਏ, ਨਾਲੇ ਸਾਨੂੰ ਕੁੱਟਿਆ ਤੇ ਨਾਲੇ ਲੁੱਟਿਆ। ਕਹਿੰਦੇ ਵੀ ਪੁਰਖਾ ਤੈਨੂੰ ਕਿਹਾ ਸੀ ਇਹ ਦੁਨੀਆ ਦੀ ਜਿਹੜੀ ਮਾਇਆ ਨਾ, ਇਹ ਬੇਕਾਰ ਆ, ਦੁੱਖ ਪੈਦਾ ਕਰਦੀ ਆ। ਤੇ ਤੈਨੂੰ ਕਹਿੰਦੇ ਨਾ ਗੋਦਰੀ ਚੁੱਕ ਲਾ, ਹੀ ਸੁੱਖ ਦਊਗੀ। ਤੇ ਹੁਣ ਤੇਰੇ ਸਾਹਮਣੇ ਸਾਨੂੰ ਤਾਂ ਕਿਸੇ ਨੇ ਕਿਹਾ ਨਹੀਂ, ਸਾਰੇ ਮੱਥੇ ਟੇਕਦੇ ਆ। ਇਸ ਲਈ ਸਾਧ ਸੰਗਤ ਜੀ ਦੁਨੀਆ ਦੇ ਪਦਾਰਥ ਜਿਹੜੇ ਆ, ਉਸ ਨੂੰ ਮੇਰੇ ਗੁਰਦੇਵ ਕਹਿੰਦੇ ਨੇ ਨਿਰਵਾਣ ਕੀਰਤਨ ਗਾਵੂ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਤੇ ਸਾਧ ਸੰਗਤ ਜੀ ਜਮੰਡ ਗਾਤੀ ਲੂਟੇ, ਜਮੰਡ ਗਾਤੀ ਲੂਟੇ। ਆ ਜਿਹੜੇ ਦੁਨੀਆ ਦੇ ਪਦਾਰਥ ਆ ਨਾ, ਇਹ ਤਾਂ ਰਸਤੇ ਵਿੱਚ ਜਿਹੜੇ ਪਦਾਰਥ ਆ ਮਾਇਆ, ਇੱਥੇ ਮਾਫ ਕਰਨਾ ਧੀਆਂ ਪੁੱਤਰ ਹੀ ਲੁੱਟ ਲੈਂਦੇ, ਇੱਥੇ ਆਪਾਂ ਦੇ ਕਤਲ ਹੁੰਦੇ ਆ ਅੱਜ ਜ਼ਮੀਨਾਂ ਤੇ ਮਾਇਆ ਤੇ। ਜੇ ਕਿਤੇ ਬਚ ਜਾਏ ਤੇ ਸਾਧ ਸੰਗਤ ਜੀ ਆਪਣੇ ਸਾਹਮਣੇ ਹੀ ਆ, ਅੰਤ ਨੂੰ ਬੰਦੇ ਪਛਤਾਉਂਦੇ ਹੀ ਜਾਂਦੇ ਆ। ਇਸ ਲਈ ਪਾਤਸ਼ਾਹ ਕਹਿੰਦੇ ਨਿਮਕ ਸਿਮਰ, ਜਿਹਨਾਂ ਦੇ ਕੋਲ ਨਿਮਕ ਸਿਮਰਤ ਹੁੰਦਾ ਏ ਉਹ ਖੁਸ਼ੀ ਖੁਸ਼ੀ ਆਨੰਦ ਵਿੱਚ ਜਾਂਦੇ ਨੇ। ਇੱਥੇ ਵੀ ਆਨੰਦ ਭੋਗਦੇ ਨੇ ਤੇ ਪ੍ਰਭੂ ਚਰਨਾਂ ਵਿੱਚ ਵੀ ਆਨੰਦ ਪਾਉਂਦੇ ਨੇ। ਤੇ ਸਾਧ ਸੰਗਤ ਸਤਿਗੁਰੂ ਸਾਨੂੰ ਸਮਝਾਉਣ ਵਾਸਤੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਢੀ ਸਗਲ ਜਹਾਨੇ। ਇਸ ਲਈ ਨੇੜਾ ਹੈ ਦੂਰ ਨਾ ਡਾਣਿਓ, ਰੱਬ ਨੇੜੇ ਹੀ ਆ, ਪਰ ਅਸੀਂ ਦੂਰ ਸਮਝ ਬਣੇ ਕਿਹੜਾ ਰੱਬ ਦੇਖਦਾ। ਧੰਨ ਗੁਰੂ ਰਵਿਦਾਸ ਕਹਿ ਰਿਹਾ ਸਰਵ ਹੈ ਏਕ ਅਨੇਕਾ ਸੁਆਮੀ, ਸਰਵ ਹੈ ਏਕ ਅਨੇਕਾ ਸੁਆਮੀ, ਸਭ ਘਟ ਭੁਗਵੈ ਸੋਈ। ਪਰਮ ਪਿਤਾ ਪਰਮੇਸ਼ਰ ਪਰਮਾਤਮਾ ਹਰ ਘਟ ਦੇ ਅੰਦਰ ਬੈਠਾ ਆਪ ਆਤਮਕ ਤੇ ਪਦਾਰਥਕ ਰਸ ਭੋਗ ਰਿਹਾ ਆ। ਕਹਿ ਰਵਿਦਾਸ ਹੱਥ ਪੈ ਨੇੜੇ ਸਹਿਦੇ ਹੋਏ ਸੋ ਹੋਈ। ਪਰਮ ਪਿਤਾ ਪਰਮਾਤਮਾ ਹੱਥਾਂ ਤੋਂ ਵੀ ਨੇੜੇ ਆ, ਜਿਵੇਂ ਉਹਦੀ ਮਰਜ਼ੀ ਆ ਉਵੇਂ ਹੁੰਦਾ ਰਹਿੰਦਾ ਏ। ਇਸ ਲਈ ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਏ, ਬਹੁਤੀਆਂ ਚਤਰਾਈਆਂ ਸਿਆਣਪਾਂ ਕੰਮ ਨਹੀਂ ਆਉਂਦੀਆਂ। ਇਸ ਲਈ ਚਤਰਾਈ ਨਾ ਚਤਰ ਪੁੱਡ ਪਾਇਆ। ਇਹਨਾਂ ਚਤਰਾਈਆਂ ਨਾਲ ਚਲਾਕੀਆਂ ਨਾਲ ਸਾਧ ਸੰਗਤ ਦੀ ਦੁਨੀਆ ਦੇ ਵਿਖੇੜੇ ਭਰਮ ਭੁਲੇਖੇ ਖਤਮ ਨਹੀਂ ਤੇ ਵੱਧਦੇ ਜਾਣੇ। ਇਸ ਲਈ ਆਪ ਤਿਆਗ ਬੇਨੰਤੀ ਕਰੋ ਲਿਓ ਪ੍ਰਭੂ ਲੜ ਲਾਏ। ਇਹ ਪਰਮੇਸ਼ਰ ਕਿਰਪਾ ਕਰ, ਅਸੀਂ ਆਪਣਾ ਆਪਾ ਤਿਆਗ ਕੇ ਆਪਣੀ ਹਉਮੈ ਛੱਡ ਕੇ ਸਤਿਗੁਰੂ ਦੀ ਛਾਨੀ ਵਿੱਚ ਢਹਿ ਪਈਏ। ਆਪ ਤਿਆਗ ਸਰਣੀ ਪਵਾਂ ਮੁਖ ਬੋਲੀ ਮਿਠੜੇ ਬੈਣ। ਹਉਮੈ ਦੀ ਬਿਰਤੀ ਨੂੰ ਛੱਡ ਕੇ, ਅੱਗ ਉਗਲਦੀ ਬੋਲਾਂ ਨੂੰ ਛੱਡ ਕੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਲਾ। ਮਿੱਠੇ ਮਿੱਠੇ ਬਚਨ ਸਾਂਢੀ ਵਾਲਤਾ। ਸਤਿਗੁਰੂ ਕਿਰਪਾ ਕਰਨ ਉਹ ਸਾਨੂੰ ਬੁੱਧ ਆ ਜਾਏ, ਸਮਝ ਆ ਜਾਏ ਤੇ ਆਪਾਂ ਉਹ ਦਿਨ ਦੂਰ ਨਹੀਂ ਜਦੋਂ ਸਤਿਗੁਰ ਦੇ ਆਸ਼ੀਰਵਾਦ ਪ੍ਰਾਪਤ ਕਰਕੇ ਇੱਕ ਪਿਤਾ ਇੱਕ ਕੀ ਹਮ ਬਾਰਤ ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਪਾਈ। ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਪਾਈ। ਇਹ ਗੱਲ ਮੈਨੂੰ ਭਾ ਗਈ ਏ ਕਿ ਪਰਮੇਸ਼ਰ ਮੈਂ ਆਪਣਾ ਮਨ ਤੇ ਤਨ ਤੁਹਾਡੇ ਚਰਨਾਂ ਵਿੱਚ ਭੇਟਾ ਕਰ ਦਿੱਤਾ। ਆਪਣਾ ਮਨ ਤੇ ਤਨ ਸਤਿਗੁਰ ਦੇ ਚਰਨਾਂ ਭੇਟ ਕਰਕੇ ਭਇਓ ਕਿਰਪਾਲ, ਭਇਓ ਕਿਰਪਾਲ ਪਰਮੇਸ਼ਰ ਕਰ ਅਨੰਤ ਸੰਤਨ ਕਹੇ ਭਇਓ ਕਿਰਪਾਲ। ਜਦੋਂ ਪਰਮੇਸ਼ਰ ਦਿਆਲੂ ਹੁੰਦਾ ਏ, ਮਿਹਰ ਕਰਦਾ ਏ ਤੇ ਸੰਤਾਂ ਦੇ ਰੂਪ ਅੰਦਰ ਕਿਰਪਾ ਕਰ ਦਿੰਦਾ ਹੈ।
ਸਰਬ ਨਰੰਜਨ ਡੀਠਾ ਪਰਮੇਸ਼ਰ ਘਟ ਘਟ ਵਿੱਚ ਵਸ ਰਿਹਾ ਹੈ। ਇਸ ਲਈ ਸਰਬ ਹੈ ਏਕ ਅਨੇਕ ਹੈ ਸੁਆਮੀ ਸਭ ਘਟ ਭੋਗਵੇ ਸੋਈ ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੀ। ਇਸ ਲਈ ਪਰਮ ਪਿਤਾ ਪਰਮੇਸ਼ਰ ਸਗਲ ਭਵਨ ਕੀ ਨਾਇਕਾ ਇੱਕ ਛਿਨ ਤੇਰੀ ਇੱਕ ਪਲ ਦੀ ਮਿਹਰ ਇੱਕ ਪਲ ਦੇ ਦਰਸ਼ਨ ਸੰਸਾਰ ਨੂੰ ਸਾਰੀਆਂ ਮੁਸ਼ਕਲਾਂ ਹੱਲ ਕਰਦੇ ਵੀ ਪਰਮੇਸ਼ਰ ਕਰੋ ਕਿਰਪਾ ਪਰਮ ਚੂਕ ਕੇ ਮੈਂ ਸੁਮਤ ਦੇਹੂ ਸਮਝਾਏ ਸੁਮਤ ਬਖਸ਼ ਕਰੋ ਬ੍ਰਹਮ ਗਿਆਨ ਦੀ ਦਾਤ ਬਖਸ਼ ਕਰੋ ਜੋਗੀ ਸਰ ਪਾਵੈ ਨਹੀਂ ਤੇਰੀ ਮਹਿਮਾ ਤੇਰਾ ਅੰਤ ਤੇ ਵੱਡੇ ਵੱਡੇ ਜੋਗੀ ਪਾਉਂਦੇ ਚੱਲ ਗਏ ਕਿਸੇ ਨੇ ਨਹੀਂ ਪਾਇਆ ਥੱਕ ਕੇ ਹਾਰ ਕੇ ਬਹਿ ਗਏ। ਅਰਦਾਸ ਕਰਦੇ ਨੇ ਪਰਮੇਸ਼ਰ ਅਸੀਂ ਭੁੱਲ ਗਏ ਤੇ ਕਿਰਪਾ ਕਰ ਆਪਣੇ ਚਰਨਾਂ ਵਿੱਚ ਥਾਂ ਦੇ ਜੋਗੀ ਸਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੀ ਕਾਰਣੇ ਕੌਰਵ ਦਾ ਪ੍ਰੇਮਾ ਭਗਤੀ ਦੀ ਦਾਤ ਬਖਸ਼ ਕਰ। ਅਸੀਂ ਤੇਰੇ ਪ੍ਰੇਮਾ ਭਗਤੀ ਦੀ ਦਾਤ ਲਈ ਤੇਰੇ ਚਰਨਾਂ ਵਿੱਚ ਹਰ ਪਲ ਤੇਰੇ ਦਰਸ਼ਨਾਂ ਦੀ ਤਾਂਘ ਲੈ ਕਰਕੇ ਮਿਲਣ ਦਾ ਚਾਹ ਲੈ ਕਰਕੇ ਸਵਾਸ ਸਵਾਸ ਸਤਨਾਮ ਸਤਨਾਮ ਇਸ ਲਈ ਸਾਧ ਦੀ ਹੋਈਆਂ ਭੁੱਲਾਂ ਦੀ ਖੇਮਾ ਕਰੋਨਾ ਮਹਾਮਾਰੀ ਫੈਲੀ ਏ ਕਰੋ ਅਰਦਾਸ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਬਰਤ ਤੈ ਇਹ ਜਗਤ ਸੜਦਾ ਬਲਦਾ ਹੀ ਪਰਮੇਸ਼ਰ ਕਰੋ ਕਿਰਪਾ ਸ਼ਾਂਤੀ ਬਖਸ਼ ਕਰੋ ਦੁਖੀਆ ਦਰਦ ਵੰਦ ਦਰ ਆਇਆ ਬਹੁਤ ਪਿਆ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉਂ ਜਾਨੋ ਤਿਉਂ ਕਰ ਗਤ ਮੇਰੀ ਜਿਵੇਂ ਚਾਹੁੰਦਾ ਉਵੇਂ ਹੀ ਇਸ ਸੰਸਾਰ ਤੇ ਸ਼ਾਂਤੀ ਮਿਹਰ ਇਹ ਪਰਿਵਾਰ ਸਦਾ ਹੀ ਸਦੀਵ ਕਾਲ ਖੁਸ਼ੀਆਂ ਮਾਣੇ ਜੈ ਗੁਰਦੇਵ ਧੰਨ ਗੁਰਦੇਵ ਜੈ ਸਤਿਗੁਰੂ ਦਾਸ ਜੀ ਧੰਨ ਸਤਿਗੁਰੂ ਰਵਿਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।